श्री नानक पद पंकज बंदन पंकज बंदन सिमरो अंगद दुख निकंदन। अमरदास गुर हृदय त्यावो गुर हृदय त्यावो। श्री गुरु रामदास गुण गावो। श्री अर्जन विघ्नन के नाशक विघ्नन के नाशक। हर गोबिंद शुभ समत प्रकाशक। श्री हर राय नमो कर जोरी नमो कर जोरी। गुरु हर कृष्ण मनाए बहोरी। तेग बहादुर परम कृपाला जी परम कृपाला। श्री गुरु गोबिंद सिंह विशाला। तरों तरा पर पुन पुन शीशा पुन पुन शीशा। बंदों बार बार जगतीशा। जिसमें है अमृत ज्ञान है मानक भगत बैराग। श्री गुरु ग्रंथ साहिब उदद बंदों कर अनुराग। श्री गुरु शब्द कमाए जिन जीते पंच विकार। तिन संतन को बंदना सिर चरणन पर तार। एक ओंकारा सतगुरु तह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम वाहिगुरु साहिब जी। दोहरा कारण गुर अवतार को मैं बन्यो चित लाए। सुनो जन्म की अब कथा श्री अंगद सुखदाए। कारण गुर अवतार को मैं बन्यो चित लाए। वाहिगुरु जी का खालसा वाहिगुਰੂ ਜੀ ਕੀ ਫਤਿਹ। ਦੇਸ਼ ਵਿਦੇਸ਼ ਦੇ ਵਿੱਚ ਨਿਰੰਕਾਰ ਪਿਤਾ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਅਮਰ ਕਥਾ ਸਰਵਣ ਕਰਨ ਵਾਸਤੇ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀ। ਸਤਿਗੁਰਾਂ ਦੀ ਪਾਰ ਬਖਸ਼ਿਸ਼ ਮਿਹਰਮਤ ਸਦਕਾ ਨਿਰੰਕਾਰ ਪਿਤਾ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਅਮਰ ਕਥਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਜੋ ਪਿਛਲੇ ਦਿਨਾਂ ਤੋਂ ਸਤਿਗੁਰ ਦੀ ਕਿਰਪਾ ਸਦਕਾ ਪ੍ਰਾਰੰਭ ਹੈ, ਜਿਸ ਵਿੱਚ ਆਪ ਜੀ ਨੇ ਸਤਿਗੁਰਾਂ ਦੀ ਮਹਿਮਾ ਅੰਦਰ ਸਰਵਣ ਕੀਤਾ ਹੈ। ਦੂਸਰੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ ਵਿੱਚ ਬੈਠ ਕਰਕੇ, ਹਾਜ਼ੂਰੀ ਵਿੱਚ ਬੈਠ ਕਰਕੇ ਭਾਈ ਬਾਲਾ ਜੀ ਦੇ ਕੋਲੋਂ ਸਿੱਖ ਸੰਗਤਾਂ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਦੀ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਕਥਾ ਸਰਵਣ ਕਰ ਰਹੀਆਂ ਨੇ। ਭਾਈ ਬਾਲਾ ਜੀ ਬੜੇ ਪਿਆਰ ਸਤਿਕਾਰ ਸਹਿਤ ਸਰਵਣ ਕਰਾ ਰਹੇ ਨੇ। ਪਿਛਲੇ ਪ੍ਰਸੰਗ ਅੰਦਰ ਆਪ ਜੀ ਨੇ ਸਰਵਣ ਕੀਤਾ ਸੀ ਕਿ ਭਾਈ ਬਾਲਾ ਜੀ ਕਹਿੰਦੇ ਸੱਚੇ ਪਾਤਸ਼ਾਹ
ਜਦੋਂ ਧਰਤੀ ਤੇ ਪਾਪਾਂ ਦਾ ਬੋਲਬਾਲਾ ਵੱਧ ਗਿਆ, ਧਰਤੀ ਨੇ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਬੇਨਤੀ ਕੀਤੀ ਕਿ ਹੇ ਵਾਹਿਗੁਰੂ, ਮੇਰੇ ਕੋਲੋਂ ਪਾਪਾਂ ਦਾ ਭਾਰ ਨਹੀਂ ਚੱਕਿਆ ਜਾਂਦਾ, ਮੇਰਾ ਦੁੱਖ ਵੰਡਾਉਣ ਵਾਸਤੇ ਕੋਈ ਪੈਗੰਬਰ ਭੇਜ। ਤਾਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਧਰਮ ਧਾਮ ਧਰ ਧੀਰਜ ਦੀਨੋ, ਪਾਏ ਅਲੰਬ ਹੋਏ ਦੁਖ ਸ਼ੀਨੋ, ਸੁਨ ਕਰ ਗਿਰਾ ਗਗਨ ਕੀ ਸ਼ੋਨੀ, ਉਰ ਕਰ ਪਰਮ ਹਰਖ ਮੁਖ ਮੋਨੀ। ਤਾਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਹਾ ਕਿ ਹੁਣ ਮੈਂ ਆਪ ਤੇਰਾ ਦੁੱਖ ਦਰਦ ਪਾਪ ਖਤਮ ਕਰਨ ਵਾਸਤੇ ਆਪ ਮੈਂ ਧਰਤੀ ਤੇ ਅਵਤਾਰ ਧਾਰਾਂਗਾ। ਤਾਂ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਜੀਵਨ ਦੀ ਕਥਾ ਜਿਵੇਂ ਜਿਵੇਂ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ, ਆਪ ਜੀ ਸਰਵਣ ਕਰਨ ਵਾਸਤੇ ਮਨੋਬਿਰਤੀਆਂ ਇਕਾਗਰ ਕਰੋ। ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਾਰਨ ਗੁਰ ਅਵਤਾਰ ਕੋ, ਮੈਂ ਵਰਨਿਓ ਚਿਤ ਲਾਏ। ਭਾਈ ਬਾਲੇ ਨੇ ਕਿਹਾ, ਗੁਰੂ ਜੀ ਦੇ ਅਵਤਾਰ ਧਾਰਨ ਦੇ ਕਾਰਨ ਮੈਂ ਮਨ ਤੇ ਚਿੱਤ ਲਾ ਕੇ ਬੜੇ ਪਿਆਰ ਨਾਲ ਵਰਣਨ ਕਰਦਾ ਹਾਂ। ਗੁਰੂ ਸਾਹਿਬ ਜੀ ਦੇ ਅਵਤਾਰ ਧਾਰਨ ਦੇ ਕਾਰਨ ਕਿ ਕਿਉਂ ਮਹਾਰਾਜ ਜੀ ਸੱਚੇ ਪਾਤਸ਼ਾਹ ਸੰਸਾਰ ਤੇ ਪ੍ਰਗਟ ਹੋਏ, ਅਕਾਲ ਪੁਰਖ ਵਾਹਿਗੁਰੂ ਕਿਸ ਇਲਾਕੇ ਦੇ ਵਿੱਚ ਹੋਏ, ਕਿਸ ਕੁਲ ਦੇ ਵਿੱਚ ਹੋਏ, ਸਾਰਾ ਵਰਣਨ ਆਪ ਜੀ ਸਰਵਣ ਕਰੋ। ਸੁਨੋ ਜਨਮ ਕੀ ਅਬ ਕਥਾ, ਸ੍ਰੀ ਅੰਗਦ ਸੁਖਦਾਈ। ਹੇ ਗੁਰੂ ਅੰਗਦ ਦੇਵ ਜੀ, ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਗੁਰੂ ਜੀ ਦੇ ਜਨਮ ਦੀ ਕਥਾ ਵੀ ਸਰਵਣ ਕਰੋ। ਚੌਪਈ ਬਾਰ ਦੇ ਸਭ ਦੇਸ ਨਰੇਸੂ, ਬਾਰ ਦੇਸ਼ ਸਭ ਦੇਸ਼ਾਂ ਦੇ ਰਾਜੇ ਗ੍ਰਾਮ ਰੂਪ ਪ੍ਰਜਾ ਦੇ ਦੁੱਖ ਦੂਰ ਕਰਦੇ ਹਨ। ਬਾਰ ਦੇਸ਼ ਕਿਸ ਨੂੰ ਕਿਹਾ ਜਾਂਦਾ ਹੈ? ਪਾਕਿਸਤਾਨ ਦਾ ਇਲਾਕਾ ਜਿਸ ਦੇ ਇੱਕ ਪਾਸੇ ਰਾਵੀ ਵਗਦੀ, ਇੱਕ ਪਾਸੇ ਚਨਾਬ ਵਗਦਾ ਹੈ। ਤਾਂ ਅਕਾਲ ਪੁਰਖ ਵਾਹਿਗੁਰੂ ਜੀ ਨੇ, ਨਿਰੰਕਾਰ ਪਿਤਾ ਨੇ ਬਾਰ ਦੇਸ਼ ਦੇ ਵਿੱਚ ਅਵਤਾਰ ਧਾਰਨ ਦੀ ਇੱਥੇ ਹੁਣ ਕਥਾ ਆਰੰਭ ਹੁੰਦੀ ਹੈ ਕਿ ਕਿਸ ਦੇਸ਼ ਕਿਸ ਨਗਰ ਵਿੱਚ ਮਹਾਰਾਜ ਜੀ ਨੇ ਅਵਤਾਰ ਧਾਰਿਆ। ਗ੍ਰਾਮ ਪ੍ਰਜਾ ਕੇ ਹਰਤ ਕਲੇਸ਼ੂ, ਗ੍ਰਾਮ ਰੂਪ ਪ੍ਰਜਾ ਦੇ ਸਭ ਦੁੱਖ ਦੂਰ ਕਰਦੇ ਹਨ ਜਿਹੜੇ ਬਾਹਰ ਦੇਸ਼ਾਂ ਦੇ ਸਭ ਰਾਜੇ ਹਨ। ਐਰਾਵਤੀ ਏਕ ਦਿਸ ਬਾਰੀ, ਇੱਕ ਪਾਸੇ ਐਰਾਵਤੀ ਤੋਂ ਭਾਵ ਰਾਵੀ ਨਦੀ ਵਗ ਰਹੀ ਹੈ। ਹਾਂਜੀ, ਸੁੰਦਰ ਰੰਗ ਤਰੰਗ ਉਸ਼ਾਰੀ, ਉਸ ਦੀਆਂ ਰੰਗੀਨ ਲਹਿਰਾਂ ਉਛਾਲੇ ਮਾਰ ਰਹੀਆਂ ਹਨ। ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਬਾਹਰ ਦਾ ਇਲਾਕਾ ਬੜਾ ਆਬਾਦ ਸੀ, ਬਾਅਦ ਵਿੱਚ ਹੌਲੀ ਹੌਲੀ ਉੱਜੜ ਗਿਆ, ਭਾਵ ਕਿ ਉਜਾੜਾ ਹੋ ਗਿਆ। ਤੇ ਹੁਣ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਸਦਕਾ ਦੱਸੀਦਾ ਹੈ ਕਿ ਉਹ ਜਿਹੜਾ ਇਲਾਕਾ ਫੇਰ ਬੜਾ ਆਬਾਦ ਹੈ, ਬੜਾ ਜ਼ਰਖੇਜ਼ ਇਲਾਕਾ ਹੈ ਹੁਣ ਵੀ। ਹਾਂਜੀ, ਚੌਪਈ ਸੋ ਪਰ ਬਿਜਨ ਹੋਤ ਹੈ ਤਾਪੈ, ਇੰਜ ਲੱਗ ਰਿਹਾ ਹੋਵੇ ਜਿਵੇਂ ਉਸ ਤੇ ਸੁੰਦਰ ਪੱਖਾ ਚੱਲ ਰਿਹਾ ਹੋਵੇ ਉਸ ਬਾਹਰ ਦੇਸ਼ ਦੇ ਇਲਾਕੇ ਦੇ ਉੱਤੇ। ਤੇਰੇ ਪਤਾ ਕੋ ਲਛਣ ਸ਼ਬ ਥਾਪੈ, ਜਿਸ ਤੋਂ ਉਸ ਦੇ ਰਾਜਪੁਣੇ ਦੇ ਸਾਰੇ ਗੁਣ ਵਿਦਮਾਨ ਹੋ ਰਹੇ ਹਨ। ਚੰਦਰ ਭਗਾ ਦਿਸ ਦੁਤਿਆ ਸੁਹਾਈ, ਐਰਾਵਤੀ ਰਾਵੀ ਨੂੰ ਕਹੇ, ਚੰਦਰ ਭਗਾ ਚਨਾਬ ਨੂੰ ਕਹੇ। ਇੱਕ ਪਾਸੇ ਐਰਾਵਤੀ ਰਾਵੀ ਨਦੀ ਵਗ ਰਹੀ ਹੈ ਬਾਹਰ ਦੇਸ਼ ਦੇ ਇਲਾਕੇ ਦੇ ਵਿੱਚ, ਦੂਸਰੇ ਪਾਸੇ ਚਨਾਬ ਨਦੀ ਸ਼ੋਭਾ ਪਾ ਰਹੀ ਹੈ। ਕਾਲ ਤਰੰਗਣ ਸਵਾਸ਼ੋ ਠਾਈ, ਅਤੇ ਉਸ ਦੀਆਂ ਵੀ ਲਹਿਰਾਂ ਸਾਫ਼ ਲਹਿਰਾਂ ਪੰਕਤੀਆਂ ਦੇ ਰੂਪ ਵਿੱਚ ਉੱਪਰ ਉੱਠ ਰਹੀਆਂ ਹਨ। ਪਰ ਹੋਤ ਚਮਰ ਸ਼ਬ ਭਾਰੀ, ਇੰਜ ਲੱਗ ਰਿਹਾ ਹੋਵੇ ਜਿਵੇਂ ਸੁੰਦਰ ਚੌਰ ਭਾਰੀ ਸ਼ੋਭਾ ਪਾ ਰਿਹਾ ਹੋਵੇ। ਇੱਥੇ ਹੁਣ ਉਸ ਇਲਾਕੇ ਦੀ ਮਹਿਮਾ ਹੈ ਜਿੱਥੇ ਨਿਰੰਕਾਰ ਪਿਤਾ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਕਾਸ਼ ਧਾਰਿਆ। ਭਾਈ ਬਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ, ਐਸਾ ਚਨਾਬ ਦੇ ਰਾਵੀ ਦੇ ਵਿਚਕਾਰ ਵਸਿਆ ਇਲਾਕਾ ਬਾਹਰ ਦੇਸ਼ ਦਾ ਇੰਨਾ ਸੁੰਦਰ ਹੈ, ਇੰਨੀ ਹਰਿਆਵਲੀ ਹੈ ਕਿ ਜਿਵੇਂ
ਅਕਾਲ ਪੁਰਖ ਵਾਹਿਗੁਰੂ ਵੱਲੋਂ ਹੀ ਉੱਥੇ ਚੌਰ ਹੋ ਰਿਹਾ ਹੋਵੇ। ਮਹਿਮਾ ਮਹਾਜ ਨਾਮਨਕਾਰੀ, ਉਸ ਦੀ ਮਹਾਨ ਮਹਿਮਾ ਵੇਖਣ ਯੋਗ ਤੇ ਮਾਨਣ ਯੋਗ ਹੈ। ਸਦਾ ਸੁਕਾਲ ਸਸਨ ਕੋ ਸਾਲੀ, ਉਸ ਦਾ ਪਾਣੀ ਜਦ ਖੇਤਾਂ ਨੂੰ ਲੱਗਦਾ ਹੈ ਤਾਂ ਫਸਲ ਬਹੁਤ ਹੁੰਦੀ ਹੈ। ਭਾਵ ਇਹ ਨਦੀ ਖੇਤੀਆਂ ਦਾ ਘਰ ਹੈ। ਤੈ ਦੁਕਾਲ ਕੀ ਕੌਣ ਕੋ ਚਾਲੀ, ਫਿਰ ਅਜਿਹੇ ਇਲਾਕੇ ਵਿੱਚ ਜਿੱਥੇ ਬਹੁਤ ਫਸਲ ਹੁੰਦੀ ਹੋਵੇ ਉੱਥੇ ਕਾਲ ਕਿਵੇਂ ਪੈ ਸਕਦਾ ਹੈ? ਅਥਵਾ ਸੁਣਿਆ ਹੈ ਨਾ, ਆਪਾਂ ਇਤਿਹਾਸ ਵਿੱਚ ਪੜ੍ਹਿਆ, ਭਾਈ ਸੰਤੋਖ ਸਿੰਘ ਜੀ ਨੇ ਵੀ ਲਿਖਿਆ ਕਿ ਬਾਹਰ ਦੇਸ਼ ਦੇ ਵਿੱਚ ਐਡਾ ਖੁਸ਼ਹਾਲ ਇਲਾਕਾ ਸੀ ਕਿ ਇਸ ਇਲਾਕੇ ਦੇ ਵਿੱਚ ਕਦੀ ਕਾਲ ਨਹੀਂ ਸੀ ਪਿਆ। ਕਾਲ ਨਾਮ ਦੀ ਚੀਜ਼ ਨਹੀਂ ਸੀ। ਸਬਦ ਈਤ ਕੋ ਭੀਤ ਨਾ ਪਾਵਾ, ਇੱਥੇ 7 ਬਿਮਾਰੀਆਂ ਫਸਲ ਨੂੰ ਲੱਗਣ ਵਾਲੀਆਂ, 7 ਰੋਗ ਫਸਲ ਨੂੰ ਲੱਗਣ ਵਾਲੇ, ਭਾਵ ਔੜ, ਜ਼ਿਆਦਾ ਵਰਖਾ, ਚੂਹੇ ਪੈਣੇ, ਟਿੱਡੀ ਦਲ, ਪੰਛੀਆਂ ਦਾ ਖਾਣਾ ਅਤੇ ਦੂਸਰੇ ਰਾਜਿਆਂ ਦੀ ਚੜ੍ਹਾਈ, ਕੁੰਗੀ ਦਾ ਵੀ ਕੋਈ ਡਰ ਨਹੀਂ ਹੈ। ਤਸਕਰ ਕੋਲ ਤਜ ਅਨੰਤ ਪਰਾਵਾ, ਤਸਕਰ ਕੁਲ, ਤਸਕਰ ਦੇ ਅਰਥ ਨੇ ਚੋਰ। ਚੋਰ ਆਦਿਕ ਵੀ ਇੱਥੇ ਨਹੀਂ ਆਉਂਦੇ। ਡਾਕੂ ਵੀ ਇਸ ਇਲਾਕੇ ਵਿੱਚ ਛੱਡ ਕੇ ਕਿਤੇ ਹੋਰ ਚਲੇ ਗਏ। ਪੰਥਕ ਜਾਤ ਜੇ ਮਨ ਬਿਰਮਾਵਾ, ਪਥਕ ਜਾਤ, ਪਥਕ ਜਾਤ ਕਹਿੰਦੇ ਜਾਂਦੇ ਹੋਏ ਰਾਈਆਂ ਦਾ ਵੀ ਇਸ ਇਲਾਕੇ ਨੂੰ ਵੇਖ ਕੇ ਮਨ ਮੋਹਤ ਹੋ ਜਾਂਦਾ ਹੈ। ਏ ਤਿਸ ਤੂ ਨਰਕਟੰਬ ਭੁਲਾਵਾ, ਕਹਿੰਦੇ ਮਿੱਤਰ ਮਨੁੱਖ ਵੀ ਇਸ ਖੇਤਰ ਨੂੰ ਵੇਖ ਕੇ ਆਪਣੇ ਪਰਿਵਾਰ ਨੂੰ ਹੀ ਭੁੱਲ ਜਾਂਦੇ ਨੇ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਨਿਰੰਕਾਰ ਪਿਤਾ ਨੇ ਪ੍ਰਕਾਸ਼ ਧਾਰਨਾ ਤੇ ਇਲਾਕਾ ਬੜਾ ਖੁਸ਼ਹਾਲ ਚਾਹੀਦਾ ਹੈ। ਕਿਸ ਇਲਾਕੇ ਦੀ ਚੋਣ ਕੀਤੀ ਫਿਰ ਅਕਾਲ ਪੁਰਖ ਵਾਹਿਗੁਰੂ ਨੇ? ਕਿਸ ਕੁਲ ਦੀ ਚੋਣ ਕੀਤੀ, ਕਿਸ ਪਰਿਵਾਰ ਦੀ, ਕਿਸ ਨਗਰ ਦੀ ਚੋਣ ਕੀਤੀ, ਸਾਰਾ ਇਸ ਪ੍ਰਸੰਗ ਵਿੱਚ ਆਵੇਗਾ। ਫਲ ਫੂਲਨ ਦਲ ਜੋਤ ਤਰ ਚਾਰੂ, ਇੰਨਾ ਖੁਸ਼ਹਾਲ ਇਲਾਕਾ ਹੈ। ਉੱਥੇ ਫਲ ਫੁੱਲ ਅਤੇ ਪੱਤਿਆਂ ਸਮੇਤ ਸੁੰਦਰ ਬ੍ਰਿਸ਼ ਸ਼ੋਭਾ ਪਾ ਰਹੇ ਹਨ। ਪੰਥਕ ਹੇਤ ਸਾਡੇ ਸੁਖ ਕਾਰੂ, ਉਹ ਜਾਂਦੇ ਰਾਹੀਆਂ ਨੂੰ ਬੜਾ ਸੁਖ ਦਿੰਦੇ ਹਨ। ਪਥਕ ਹੇਤ ਠਾਡੇ ਸੁਖ ਕਾਰੂ, ਜਿਹੜੇ ਬ੍ਰਿਸ਼ ਨੇ ਨਾ ਸੁੰਦਰ ਫਲ ਫੁੱਲ ਪੱਤਿਆਂ ਵਾਲੇ, ਉਹ ਜਾਂਦੇ ਰਾਹੀਆਂ ਨੂੰ ਬੜਾ ਸੁੱਖ ਦਿੰਦੇ ਹਨ। ਮਾਨੋ ਉਹ ਉੱਥੇ ਰਾਹੀਆਂ ਵਾਸਤੇ ਹੀ ਖਿੜੇ ਹੋਣ, ਜਿਹੜੇ ਰਸਤੇ ਦਾ ਰਾਹੀ ਲੰਘਦੇ ਨੇ ਨਾ। ਭਾਈ ਸੰਤੋਖ ਸਿੰਘ ਜੀ ਲਿਖਦੇ, ਭਾਈ ਬਾਲਾ ਜੀ ਸੁਣਾ ਰਹੇ ਨੇ, ਸੱਚੇ ਪਾਤਸ਼ਾਹ ਐਉਂ ਲੱਗਦਾ ਕਿ ਜਿਹੜੇ ਫਲ ਫੁੱਲ ਉੱਥੇ ਲੱਗੇ ਨੇ, ਫੁੱਲ ਖਿੜੇ ਨੇ, ਉਥੋਂ ਦੇ ਲੰਘਣ ਵਾਲੇ ਰਾਹੀਆਂ ਵਾਸਤੇ ਹੀ ਖਿੜੇ ਹੋਣ। ਬਸੇ ਲੋਕ ਜੇ ਸੁਜਾਨ ਉੱਥੇ ਸੁਚਾਲੇ, ਬੜੇ ਚੰਗੇ ਵਿਹਾਰ ਤੇ ਸਦਾਚਾਰ ਲੋਕ ਭੱਦਰ ਪੁਰਸ਼ ਵਸਦੇ ਹਨ। ਦਇਆ ਧਰਮ ਕੇ ਜੇ ਪ੍ਰਤਪਾਲੇ, ਜਿਨ੍ਹਾਂ ਨੇ ਦਇਆ ਤੇ ਧਰਮ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਹੋਈ ਹੈ। ਅਥਿਤ ਸੇਵ ਮੈਂ ਜਿਨ ਮਨ ਰਾਤਾ, ਅਥਿਤ, ਅਥਿਤ ਤੋਂ ਭਾਵ ਲੋੜਵੰਦ, ਲੋੜਵੰਦ ਅਤੇ ਗਰੀਬਾਂ ਦੀ ਸੇਵਾ ਕਰਨ ਵਿੱਚ ਜਿਨ੍ਹਾਂ ਦਾ ਮਨ ਰੰਗਿਆ ਹੋਇਆ ਹੈ। ਗੁਣ ਗ੍ਰਾਹੀ ਸਭ ਵਿਦਿਆ ਗਿਆਤਾ, ਭਾਵ ਉਸ ਇਲਾਕੇ ਦੇ ਲੋਕ ਹਰ ਲੋੜਵੰਦ ਦੀ ਮਦਦ ਕਰਦੇ ਹਨ ਅਤੇ ਲੋੜਵੰਦ ਦੀ ਮਦਦ ਹੀ ਨਹੀਂ ਕਰਦੇ, ਉਹ ਗੁਣਾਂ ਦੇ ਭੰਡਾਰ ਹਨ ਤੇ ਵਿਦਿਆ ਦੇ ਗਿਆਤਾ ਹਨ। ਜੇ ਜੈ ਤੁਰੰਗ ਬਹੁ ਸੁੰਦਰ, ਉੱਥੇ ਬੜੇ ਸੁੰਦਰ ਘੋੜੇ ਪੈਦਾ ਹੁੰਦੇ ਹਨ। ਬਲੀ ਤਰਲਤਾ ਗੁਣ ਕੇ ਮੰਦਰ, ਬੜੇ ਬਲੀ ਤਿੱਖੇ ਤੇਜ ਤੇ ਗੁਣਾਂ ਦਾ ਘਰ ਹੁੰਦੇ ਹਨ ਉਹ ਘੋੜੇ। ਇੱਥੇ ਘੋੜਿਆਂ ਦੀ ਮਹਿਮਾ ਵਿੱਚ ਲਿਖ ਰਹੇ ਨੇ, ਕਹਿੰਦੇ ਉਸ ਇਲਾਕੇ ਦੇ ਵਿੱਚ ਬੜੇ ਸੁੰਦਰ ਘੋੜੇ ਪੈਦਾ ਹੁੰਦੇ ਨੇ, ਜਿਹੜੇ ਬੜੇ ਬਲੀ ਤਿੱਖੇ ਤੇਜ ਤੇ ਗੁਣਾਂ ਦਾ ਘਰ ਹੁੰਦੇ ਹਨ। ਔਰ ਪਸ਼ੂ ਬਹੁ ਸੁਭਾਗ ਸੋ ਜਾਤੇ, ਉਥੋਂ ਦੇ ਪਸ਼ੂ ਵੀ ਬੜੀਆਂ ਵਧੀਆ ਨਸਲਾਂ ਦੇ ਹੁੰਦੇ ਹਨ। ਆਪਾਂ ਸਾਰੇ ਸੁਣਦੇ ਆ, ਕਿਉਂਕਿ ਪਿੰਡਾਂ ਦੇ ਵਿੱਚ ਮੋਹਰਾ ਨਸਲ ਦੀ, ਇੱਕ ਰਾਵੀ ਨਸਲ ਦੀਆਂ ਮੱਝਾਂ ਉੱਥੋਂ ਦੀਆਂ ਬੜੀਆਂ ਮਸ਼ਹੂਰ ਨੇ। ਉਹਨਾਂ ਦਾ ਜ਼ਿਕਰ ਵੀ ਭਾਈ ਸੰਤੋਖ ਸਿੰਘ ਜੀ ਨੇ ਨਸਲਾਂ ਦਾ, ਪਸ਼ੂਆਂ ਦੀਆਂ ਨਸਲਾਂ ਦਾ ਵੀ ਜ਼ਿਕਰ ਕੀਤਾ ਹੈ। ਔਰ ਪਸ਼ੂ ਬਹੁਤ ਸੁਭਗ ਸੁਜਾਤੀ, ਬੜੀਆਂ ਸ੍ਰੇਸ਼ਟ ਤੇ ਵਧੀਆ ਨਸਲਾਂ ਦੇ ਪਸ਼ੂ ਵੀ ਹਨ। ਤਿਨ ਕੀ ਖਾਨ ਕੀਨ ਬਿਦ ਖਿਆਤੀ, ਐਉਂ ਲੱਗਦਾ ਹੈ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵਿਧਾਤਾ ਨੇ ਨਸਲਾਂ ਨੂੰ ਆਪ ਪ੍ਰਗਟ ਕੀਤਾ ਹੋਵੇ। ਹਾਂਜੀ, ਜੋ ਅਸ ਦੇਸ ਰੁਚਿਤ ਬਰ ਸਗਰਾ, ਉਹ ਸਾਰਾ ਦੇਸ਼ ਹੀ ਬੜਾ ਸੁੰਦਰ ਤੇ ਸ੍ਰੇਸ਼ਟ ਹੈ। ਭਰਤ ਖਾਮੈ ਸੁਬਤ ਉਜਗਰਾ, ਭਰਤਖੰਡ ਬਾਹਰ ਦਾ ਉਹ ਇਲਾਕਾ ਰਾਜੇ ਭਰਤ ਦੇ ਦੇਸ਼ ਵਾਂਗੂ ਸ਼ੋਭਾ ਪਾ ਰਿਹਾ ਹੈ। ਮਾਨੋ ਇਲਾਕਾ ਭਰਤਖੰਡ ਹੋਵੇ। ਚੌਪਈ ਤਹਿ ਮੈਂ ਤਲਵੰਡੀ ਭਲ ਨਗਰੀ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਸ ਦੇਸ਼ ਵਿੱਚ ਇੱਕ ਤਲਵੰਡੀ ਨਾਮ ਦਾ ਭਲਾ ਨਗਰ ਹੈ, ਜਿਸ ਨੂੰ ਆਪਾਂ ਰਾਏ ਭੋਏ ਦੀ ਤਲਵੰਡੀ ਲਿਖਦੇ ਹਾਂ। ਕਿਸੇ ਪੁੱਛਿਆ ਬੈਠ ਤਲਵੰਡੀ ਕੋਲੋਂ, ਨੀ ਤੈਨੂੰ ਦਾਤ ਕਿਹੜੀ ਦਾਤਾਰ ਦੀ ਹੈ।
ਤੇਰੀਆਂ ਕੱਚੀਆਂ ਪਿੱਲੀਆਂ ਕੁੱਲੀਆਂ ਤੇ ਇੰਦਰਪੁਰੀ ਵੀ ਆਪਾ ਵਾਰਦੀ ਹੈ। ਤੈਨੂੰ ਦੇਖ ਲਈਏ ਤਾਂ ਰੱਬ ਦਿਸ ਪੈਂਦਾ, ਤੇਰੀ ਆਵਾਜ਼ ਜਹਾਨ ਨੂੰ ਠਾਰਦੀ ਹੈ। ਤੈਨੂੰ ਲੋਚਦੇ ਨੇ ਸੱਚਖੰਡ ਵਾਲੇ, ਬਿਜਲੀ ਤੈਨੂੰ ਤਾਂ ਸੈਨਤਾ ਮਾਰਦੀ ਹੈ। ਐਡੀ ਭਲੀ ਤਲਵੰਡੀ ਨਗਰ, ਭਲਾ ਤਲਵੰਡੀ ਨਗਰ ਹੈ, ਭਲਾ ਨਗਰ ਹੈ, ਭਲ ਨਗਰੀ, ਭਲ ਨਗਰੀ ਤੋਂ ਭਾਵ ਭਲਾ ਨਗਰ। ਉਸ ਦੇਸ਼ ਦੇ ਬਾਹਰ ਦੇ ਇਲਾਕੇ ਵਿੱਚ ਇੱਕ ਤਲਵੰਡੀ ਨਾਮੀ ਇੱਕ ਭਲਾ ਨਗਰ ਹੈ। ਚਾਰ ਵਰਣ ਕਰ ਪੂਰਤ ਸਗਰੀ, ਚਾਰੇ ਵਰਨਾਂ ਦੇ ਲੋਕ ਉਸ ਨਗਰ ਵਿੱਚ ਰਹਿੰਦੇ ਹਨ। ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰਾਂ ਨਾਲ, ਇਹ ਚਾਰ ਵਰਨਾਂ ਦੇ ਲੋਕਾਂ ਨਾਲ ਭਰੀ ਹੋਈ ਹੈ। ਜਹ ਕੇ 14 ਬਾਗ ਸੁਹਾਵਾ, ਉਸ ਨਗਰ ਦੇ ਚਾਰ ਚੁਫੇਰੇ ਕਹਿੰਦੇ ਬਾਗ ਸ਼ੋਭਾ ਪਾ ਰਿਹਾ ਹੈ। ਸੰਬਾਟ ਕਾ ਬੋ ਸ਼ਬ ਪਾਵਾ, ਫੁੱਲਾਂ ਦੇ ਬਗੀਚੇ ਬੜੇ ਸੁੰਦਰ ਹਨ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਫੁੱਲਾਂ ਦੇ ਬਗੀਚੇ ਕਹਿੰਦੇ ਬਹੁਤ ਅਤਿਅੰਤ ਸੁੰਦਰ ਹਨ। ਨਗਰ ਕੋਟ ਦੇ ਬਣਿਓ ਉਤੰਗਾ, ਕਹਿੰਦੇ ਇਸ ਨਗਰ ਦੇ ਇਰਦ ਗਿਰਦ ਕਿਲੇ ਵਾਂਗ ਇੱਕ ਉੱਚੀ ਸਾਰੀ ਦੀਵਾਰ ਬਣੀ ਹੋਈ ਹੈ। ਮਤ ਸਰ ਧਰਤਾ ਜੋਗਰ ਸੰਗਾ, ਮਤਸਰ ਦੇ ਅਰਥ ਨੇ ਜਿਹੜੀ ਕਿ ਮਜ਼ਬੂਤੀ ਵਿੱਚ ਪਹਾੜ ਦਾ ਮੁਕਾਬਲਾ ਕਰਦੀ ਹੈ। ਪਹਾੜ ਦਾ ਮਤਸਰ ਧਰਤਾ ਜੋ ਗਿਰ ਸੰਗਾ, ਗਿਰ ਤੋਂ ਭਾਵ ਪਹਾੜ। ਇੰਨੀ ਮਜ਼ਬੂਤੀ, ਇੰਨੀ ਇਸ ਦੀ ਮਜ਼ਬੂਤੀ ਹੈ ਦੀਵਾਰ ਦੀ ਜਿਹੜੀ ਨਗਰ ਦੇ ਆਲੇ ਦੁਆਲੇ ਨਿਕਲੀ ਹੈ। ਕਹਿੰਦੇ ਪਹਾੜ ਵਰਗੀ ਹੈ। ਘਟਾ ਘਟਾ ਸੰਕਰਤ ਬਸਾਲਾ, ਨਗਰ ਵਿੱਚ ਬਣੀਆਂ ਟਾਰੀਆਂ ਬੱਦਲਾਂ ਨਾਲ ਗੱਲਾਂ ਕਰਦੀਆਂ ਨੇ, ਭਾਵ ਬਹੁਤ ਉੱਚੀਆਂ ਹਨ। ਮਨੋ ਨਰੋਦਰ ਕੀ ਹੈ ਆਸਾ, ਮਾਨੋ ਇਹ ਟਾਰੀਆਂ ਦਿਲਾਂ ਵਿੱਚ ਬੱਦਲਾਂ ਨੂੰ ਰੋਕਣ ਦੀ ਆਸ ਲਾਈ ਬੈਠੀਆਂ ਹੋਣ। ਮੰਦਰ ਜੇ ਸੁੰਦਰ ਸ਼ਬ ਪਾਈ, ਵਾਹਿਗੁਰੂ। ਪਿਆਰ ਨਾਲ ਆਖੋ ਸਾਰੇ ਸਤਨਾਮ ਸ਼੍ਰੀ ਵਾਹਿਗੁਰੂ। ਕਹਿੰਦੇ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਨਗਰ ਵਿੱਚ ਘਰ ਵੀ ਬਹੁਤ ਸੁੰਦਰ ਬਣੇ ਹਨ, ਜਿਹੜੇ ਸਾਰੀਆਂ ਰੁੱਤਾਂ, ਸਰਬ ਰੁੱਤਨ ਮੈਂ ਜੇ ਸੁਖਦਾਈ, ਮੰਦਰ ਮੈਂ ਸੁੰਦਰ ਸ਼ਬ ਪਾਈ, ਸਰਬ ਰੁੱਤਨ ਮੈਂ ਜੇ ਸੁਖਦਾਈ। ਜਿਹੜੇ ਘਰ ਐਸੇ ਸੁੰਦਰ, ਐਸੇ ਤਰੀਕੇ ਨਾਲ ਬਣਾਏ ਨੇ ਜਿਹੜੇ ਸਾਰੀਆਂ ਰੁੱਤਾਂ ਵਿੱਚ ਸੁਖਦਾਇਕ ਹੁੰਦੇ ਨੇ। ਸਾਰੀਆਂ ਰੁੱਤਾਂ, ਕਿਉਂਕਿ 12 ਮਹੀਨੇ ਤੇ 12 ਮਹੀਨਿਆਂ ਦੀਆਂ 6 ਰੁੱਤਾਂ ਨੇ। 6 ਰੁੱਤਾਂ ਜਿਹੜੀਆਂ ਆਉਂਦੀਆਂ ਨੇ, 2-2 ਮਹੀਨੇ ਦੀ ਇੱਕ ਰੁੱਤ ਹੁੰਦੀ ਹੈ। ਕਹਿੰਦੇ ਸਾਰੀਆਂ ਰੁੱਤਾਂ ਦੇ ਵਿੱਚ, 6 ਰੁੱਤਾਂ ਦੇ ਵਿੱਚ ਕਹਿੰਦੇ ਉਹ ਜਿਹੜੇ ਘਰ ਬਣੇ ਨੇ ਸੁਖਦਾਇਕ ਹੁੰਦੇ ਨੇ, ਭਾਵ ਉਹਨਾਂ ਵਿੱਚ ਠੰਡ ਨਹੀਂ ਲੱਗਦੀ। ਠੰਡ ਦੇ ਸਮੇਂ ਗਰਮੀ, ਗਰਮੀ ਦੇ ਸਮੇਂ ਗਰਮੀ ਨਹੀਂ ਲੱਗਦੀ, ਤਾਂ ਚਮਾਸਿਆਂ ਦੇ ਸਮੇਂ ਚਮਾਸੇ ਨਹੀਂ ਲੱਗਦੇ। ਹਾਂਜੀ। ਅਸ਼ਟਾਪਦ ਸੰਭਿਪਨੀ ਭੂਰੇ, ਅਸ਼ਟਾਪਦ ਦੇ ਅਰਥ ਨੇ ਚੌਪੜ ਵਾਂਗ ਬਣੀ ਮੰਡੀ ਹੈ। ਚੌਪੜ ਵਾਂਗ ਬੜੀ ਸੁੰਦਰ ਮੰਡੀ ਵੀ ਬਣੀ, ਉੱਥੇ ਵਪਾਰ ਵੀ ਹੁੰਦਾ ਹੈ। ਹਾਂਜੀ। ਬਨਜ ਸੌਜ ਸੋ ਆਪਨ ਪੂਰੇ, ਤਲਵੰਡੀ ਪਿੰਡ ਦੇ ਵਿੱਚ ਮੰਡੀ ਵੀ ਬਣੀ ਹੈ ਜਿੱਥੇ ਵਣਜਾ ਵਪਾਰ ਹੁੰਦਾ ਹੈ। ਸਾਰੀਆਂ ਦੁਕਾਨਾਂ ਸੌਦੇ ਨਾਲ ਭਰੀਆਂ ਹੋਈਆਂ ਹਨ। ਸ੍ਰੀ ਨਾਨਕ ਆਗਮ ਕੇ ਹੇਤੂ, ਸਾਰੇ ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਵਾਸਤੇ ਵਿਧਾਤਾ ਨੇ ਸਵਰਗ ਵਰਗਾ ਰਚਿਓ ਸੁਰਗ ਵਿਦ ਸੁਖ ਸੰਕੇਤੂ। ਸ਼੍ਰੀ ਨਾਨਕ ਕੇ ਆਗਮ ਕੇ ਹੇਤੂ ਰਚਿਓ ਸੁਰਗ ਵਿਦ ਸੁਖ ਸੰਕੇਤੂ। ਵਿਧਾਤਾ ਨੇ ਸਵਰਗ ਵਰਗਾ ਸੁੱਖਾਂ ਦਾ ਘਰ ਬਣਾ ਦਿੱਤਾ ਹੋਵੇ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਵਾਸਤੇ। ਹਾਂਜੀ। ਰਚਿਓ ਸੁਰਗ ਵਿਦ ਸੁਖ ਸੰਕੇਤੂ, ਕਹਿੰਦੇ ਸਵਰਗ ਵਰਗਾ ਸੁੱਖਾਂ ਦਾ ਘਰ ਬਣਾ ਦਿੱਤਾ ਇਸ ਇਲਾਕੇ ਨੂੰ। ਸੁਰਬੀ ਖੀਰ ਪਖਿਆਨ ਸਮਾਨਾ, ਸੁਰਬੀ ਦੇ ਅਰਥ ਨੇ ਗਊਆਂ, ਖੀਰ ਦੇ ਅਰਥ ਨੇ ਦੁੱਧ, ਪਯੋਖ ਦੇ ਅਰਥ ਨੇ ਅੰਮ੍ਰਿਤ। ਕਹਿੰਦੇ ਇੱਥੋਂ ਦੀਆਂ ਗਊਆਂ ਦਾ ਦੁੱਧ ਅੰਮ੍ਰਿਤ ਵਰਗਾ ਹੈ, ਅੰਮ੍ਰਿਤ ਵਰਗਾ। ਹਾਂਜੀ। ਸੁਰ ਸਮ ਸੁੰਦਰ ਮਨ ਜੋ ਸੁਜਾਨਾ, ਇਹ ਨਗਰ ਵਿੱਚ ਰਹਿਣ ਵਾਲੇ, ਹੁਣ ਐਡਾ ਸੁੰਦਰ ਨਗਰ ਹੈ, ਇਹ ਨਗਰ ਵਿੱਚ ਰਹਿਣ ਵਾਲੇ ਮਨੁੱਖ ਭਾਈ ਸੰਤੋਖ ਸਿੰਘ ਜੀ ਲਿਖਦੇ, ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਜੀ ਨੂੰ ਸੁਣਾਉਂਦੇ, ਸੱਚੇ ਪਾਤਸ਼ਾਹ ਉਸ ਨਗਰ ਦੇ ਵਿੱਚ ਰਹਿਣ ਵਾਲੇ ਲੋਕ ਦੇਵਤਿਆਂ ਵਰਗੇ ਸੁੰਦਰ ਤੇ ਚਤੁਰ ਹਨ। ਇਹ ਕੀ ਰਚਨਾ ਹੇਤ ਬਚਿਤਰਾ, ਉਹਦੀ ਕਹਿੰਦੇ ਜਿਹੜੀ ਰਚਨਾ ਹੈ ਨਾ, ਉਸ ਨਗਰੀ ਦੀ ਸੁੰਦਰ ਤੇ ਵਿਚਿੱਤਰ ਰਚਨਾ ਨੂੰ ਵੇਖ ਕੇ ਵਿਸ਼ਕਰਮਾ ਹੋਇਓ ਚਿਤ ਚਿਤਰਾ, ਕਾਰੀਗਰੀ ਦਾ ਜਿਹੜਾ ਦੇਵਤਾ ਮੰਨਿਆ ਜਾਂਦਾ ਹੈ ਨਾ, ਇਤਿਹਾਸਕ ਦੂਸਰੇ ਧਰਮਾਂ ਦੇ ਮੁਤਾਬਕ ਵਿਸ਼ਕਰਮਾ ਨੂੰ ਮੰਨਿਆ ਜਾਂਦਾ ਹੈ। ਕਹਿੰਦੇ ਚਲੋ ਹੋਊਗਾ ਵੀ ਕੋਈ ਦੇਵਤਾ ਵਿਸ਼ਕਰਮਾ,
ਪਰ ਕਹਿੰਦੇ ਇਹਦੀ ਵਿਚਿੱਤਰ ਕਾਰੀਗਰੀ ਦੇਖ ਕੇ ਨਾ, ਨਗਰ ਦੀ ਸੁੰਦਰਤਾ ਵੇਖ ਕੇ, ਜਿਹੜਾ ਕਾਰੀਗਰੀ ਦਾ ਦੇਵਤਾ ਹੈ ਵਿਸ਼ਕਰਮਾ ਵੀ ਚਿੱਤ ਵਿੱਚ ਹੈਰਾਨ ਰਹਿ ਗਿਆ ਕਿ ਹੈ ਏਡਾ ਸੁੰਦਰ ਨਗਰ। ਹਾਂਜੀ, ਸੁਰਤ ਪਾਠੀ ਹੋਤੀ ਤਤ ਵੇਤੂ, ਉਸ ਨਗਰ ਵਿੱਚ ਵੇਦ ਪਾਠੀ, ਜਗ ਦੀ ਆਹੂਤੀ ਦੇਣ ਵਾਲੇ, ਜਗ ਕਿਰਿਆ ਨੂੰ ਜਾਣਨ ਵਾਲੇ ਰਹਿੰਦੇ ਹਨ। ਖਟ ਕਰਮੀ ਕ੍ਰਿਤ ਕੇਵਲ ਹੇਤੂ, ਮੁਕਤੀ ਪ੍ਰਾਪਤ ਕਰਨ ਵਾਸਤੇ ਖਟ ਕਰਮੀ ਵੀ ਵਸਦੇ ਨੇ। ਖਟ ਕਰਮ 6 ਕਰਮ ਇਹ ਹਨ: ਧੋਤੀ, ਨੇਤੀ, ਨਿਉਲੀ, ਵਸਤੀ, ਤ੍ਰਾਟਕ ਤੇ ਕਪਾਲ। ਜਾਪ, ਹੋਮ, ਸੰਧਿਆ, ਇਸ਼ਨਾਨ, ਅਥਿਤੀ ਪੂਜਾ, ਦਾਨ ਦੇਣਾ ਤੇ ਲੈਣਾ, ਜਗ ਕਰਨਾ ਤੇ ਕਰਾਉਣਾ, ਵਿਦਿਆ ਪੜ੍ਹਨੀ ਤੇ ਪੜਾਉਣੀ, ਦਾਨ ਲੈਣਾ ਤੇ ਦੇਣਾ। ਇਹ ਸਾਰੇ ਲੋਕ ਉਸ ਨਗਰ ਵਿੱਚ ਵਸਦੇ ਨੇ। ਵੇਦ ਪਠਿਓ ਤਿਨ ਬੇਦੀ ਕਹਾਇਓ, ਵੇਦਾਂ ਦਾ ਪਾਠ ਕਰਨ ਵਾਲਿਆਂ ਨੂੰ ਲੋਕਾਂ ਨੇ ਬੇਦੀ ਕਿਹਾ। ਬੜੇ ਵੇਦ ਉਹਨਾਂ ਨੂੰ ਸਾਰੇ ਕੰਠ ਸਨ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਿਸ ਨਗਰ, ਜਿਸ ਉਸ ਇਲਾਕੇ ਦੇ ਵਿੱਚ, ਜਿਸ ਨਗਰ ਦੇ ਵਿੱਚ ਮਹਾਰਾਜ ਜੀ ਨੇ ਅਵਤਾਰ ਧਾਰਨਾ ਹੈ, ਅਸ ਦੇ ਜਵਰ ਜਹ ਬਸੇ ਸੁਖਾਰੇ। ਅਸ ਦੇ ਜਵਰ, ਦਿਜਵਰ ਦੇ ਅਰਥ ਨੇ ਬ੍ਰਾਹਮਣ। ਬ੍ਰਾਹਮਣ ਉੱਥੇ ਬੜੇ ਆਰਾਮ ਸੁੱਖ ਨਾਲ ਰਹਿ ਰਹੇ ਹਨ। ਛਤਰੀ ਧਰਮ ਜੋਤ ਹਿਤ ਧਾਰੇ, ਖੱਤਰੀ ਵੀ ਰਹਿੰਦੇ ਨੇ। ਇਹਨਾਂ ਨੂੰ ਛਤਰੀ, ਇੱਥੇ ਛਤਰੀ ਲਿਖਿਆ। ਖੱਤਰੀ ਧਰਮ ਯੁੱਧ ਨਾਲ ਪ੍ਰੇਮ ਕਰਨ ਵਾਲੇ ਹਨ। ਬਨਕ ਧਨੀ ਕ੍ਰਿਤ ਬਨਜ ਬਨੀ, ਸਾਰੇ ਵੈਸ਼ ਨੀਤੀ ਸੰਯੁਕਤ ਵਿਹਾਰ ਨਾਲ ਵਪਾਰ ਕਰ ਰਹੇ ਹਨ। ਬਾਤ ਕੁਸ਼ਲ ਬੇਦਨ ਪੰਥ ਪ੍ਰੀਤਾ, ਚਤੁਰ ਮਨੁੱਖਾਂ ਦੀ ਵੇਦ ਵਾਰਗ ਨਾਲ ਪ੍ਰੀਤੀ ਹੈ। ਸੋ ਪਏ ਸ਼ੂਦਰ ਸਬਨ ਕੀ ਸੇਵ ਕਰੇ। ਹੁਣ ਜਿਹੜਾ ਸ਼ੂਦਰ ਹੈ, ਬ੍ਰਾਹਮਣ ਦਾ ਕਰਮ ਹੈ ਵੇਦ ਪੜ੍ਹਨੇ, ਪੜਾਉਣੇ, ਦਾਨ ਦੇਣਾ, ਦਾਨ ਲੈਣਾ। ਖੱਤਰੀ ਦਾ ਕਰਮ ਹੈ ਯੁੱਧ ਨੀਤੀ, ਤੇ ਜਿਹੜਾ ਵੈਸ਼ ਹੈ ਉਹਨੇ ਬਣਕ ਕਰਨਾ, ਵਣਜ ਕਰਨਾ, ਵਿਹਾਰ ਕਰਨਾ। ਹੁਣ ਤਿੰਨਾਂ ਦੀ ਸੇਵਾ ਕਰਨ ਵਾਸਤੇ ਸ਼ੂਦਰ ਵੀ ਰਹਿੰਦੇ ਨੇ। ਸਾਰਿਆਂ ਦੀ ਸੇਵਾ ਕਰ ਰਹੇ ਨੇ ਸ਼ੂਦਰ। ਵਿਪਨ ਕਾਰ ਨਿਜ ਨਿਜ ਮੈਂ ਤੇ, ਸਾਰੇ ਹੀ ਆਪਣਾ ਆਪਣਾ ਕਾਰ ਬੜੀ ਕੁਸ਼ਲਤਾ ਨਾਲ ਕਰ ਰਹੇ ਸਨ। ਹਰ ਅਰੋਗਤਾ ਜੋਤ ਕੁਸ਼ਲਾਤਾ। 2 ਮਿੰਟ ਰੁਕਣਾ ਚਾਹਾਂਗਾ ਮੈਂ। ਵਿਚਾਰ ਆ ਗਿਆ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਆਉਣ ਪ੍ਰਗਟ ਹੋਣ ਤੋਂ ਪਹਿਲਾਂ, ਸੰਸਾਰ ਤੇ ਪ੍ਰਕਾਸ਼ ਧਾਰਨ ਤੋਂ ਪਹਿਲਾਂ, ਬ੍ਰਾਹਮਣ ਇਹਨਾਂ ਸਾਰਿਆਂ ਦਾ ਗੁਰੂ ਸੀ। ਖੱਤਰੀ ਦਾ ਵੀ, ਵੈਸ਼ ਦਾ ਵੀ ਤੇ ਸ਼ੂਦਰ ਦਾ ਵੀ। ਖੱਤਰੀ ਤੇ ਵੈਸ਼ ਤੇ ਸ਼ੂਦਰ ਜਿਹੜੇ ਨੇ, ਇਹਨਾਂ ਨੂੰ ਅਧਿਕਾਰ ਨਹੀਂ ਸੀ ਜਗ ਕਰਨੇ, ਕਰਾਉਣੇ। ਇਹਨਾਂ ਨੂੰ ਅਧਿਕਾਰ ਨਹੀਂ ਸੀ ਦਾਨ ਦੇਣਾ, ਦਾਨ ਲੈਣਾ, ਵਿਦਿਆ ਪੜ੍ਹਨੀ, ਪੜਾਉਣੀ। ਪਰ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਪ੍ਰਗਟ ਸੰਸਾਰ ਵਿੱਚ ਹੋ ਕੇ ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼ ਉਪਦੇਸ਼ 4 ਵਰਨਾ ਕੋ ਸਾਂਝਾ। ਮਹਾਰਾਜ ਜੀ ਨੇ ਆਖਿਆ ਨਹੀਂ ਭਾਈ, ਸਾਰੇ ਜਿਸ ਅਕਾਲ ਪੁਰਖ ਵਾਹਿਗੁਰੂ ਦੇ ਅਸੀਂ ਅੰਸ਼ ਹਾਂ, ਉਹਨਾਂ ਸਾਰਿਆਂ ਨੂੰ ਵੱਖੋ ਵੱਖਰੇ ਨਹੀਂ ਭੇਜਿਆ ਸੰਸਾਰ ਤੇ। ਅਸੀਂ ਇਹ ਬਣਾਈਆਂ ਨੇ ਜਾਤੀਆਂ, ਵਰਨ ਵੰਡ ਅਸੀਂ ਕੀਤੀ ਹੈ। ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਆਉਣ ਤੋਂ ਪਹਿਲਾਂ ਦੀ, ਪ੍ਰਗਟ ਹੋਣ ਤੋਂ ਪਹਿਲਾਂ ਦੀ ਦਸ਼ਾ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ, ਭਾਈ ਬਾਲਾ ਜੀ ਦੱਸ ਰਹੇ ਨੇ ਕਿ ਸੱਚੇ ਪਾਤਸ਼ਾਹ ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ ਸਾਰਿਆਂ ਦੀ ਸੇਵਾ ਕਰ ਰਹੇ ਸਨ। ਸਾਰੇ ਆਪਣਾ ਆਪਣਾ ਕੰਮ ਬੜੀ ਕੁਸ਼ਲਤਾ ਨਾਲ ਕਰ ਰਹੇ ਸਨ। ਹੇਰਾ ਫੇਰੀ ਕੋਈ ਨਹੀਂ ਸੀ। ਹਾਂਜੀ, ਵੈਦਿਕ ਪਠੇ ਹੇਤ ਸਭ ਗਿਆਤਾ। ਮਨੁੱਖ ਨਰ ਅਰੋਗਤਾ ਯੁੱਧ ਕੁਸ਼ਲਾਤਾ, ਵੈਦਿਕ ਪਠੇ ਹੇਤ ਸਭ ਗਿਆਤਾ। ਮਨੁੱਖ ਅਰੋਗਤਾ ਸਹਿਤ ਪ੍ਰਸ਼ੰਤਾ ਨਾਲ ਵਿਚਰ ਰਹੇ ਸਨ। ਸਭ ਨੂੰ ਗਿਆਨ ਦੇਣ ਵਾਸਤੇ ਵੇਦਾਂ ਦਾ ਉਚਾਰਨ ਹੁੰਦਾ ਹੈ। ਬੇਦੀ ਬੰਸ ਬਸੇ ਧਨ ਧਾਰੇ, ਸ਼ਸਤਰ ਧਾਰੀ ਬੇਦੀ ਬੰਸ ਵੀ ਵਸਦੇ ਹਨ। ਉਹਨਾਂ ਦੇ ਵਿੱਚ ਯੁੱਧ ਵਿਦਿਆ ਕਰਨ ਵਾਲੇ ਬੇਦੀ ਵੀ ਸਨ। ਯੁੱਧ ਵੇਦ ਕਾ ਜਿਨੇ ਸੁਧਾਰੇ, ਜਿਨ੍ਹਾਂ ਨੇ ਯੁੱਧ ਵਿਦਿਆ ਦਾ ਸੁਧਾਰ ਕੀਤਾ ਉਹ ਵੀ ਬੇਦੀ ਹਨ। ਕੁੰਡ ਕਾਲ ਕਾ ਪਾਵਕ ਕੁੰਡਾ, ਮੁੱਖ ਕਾਲ ਕਾ ਅਗਨੀ ਕੁੰਡ ਤੇ ਜਗ ਥੰਮ ਨਾਲ, ਜਗ ਥੰਮ ਸੇ ਸ਼ੋਭਤ ਝੰਡਾ, ਜਗ ਥਾਮ ਨਾਲ ਝੰਡਾ ਸ਼ੋਭਤ ਹੋ ਰਿਹਾ ਹੈ। ਦਰਪਣ ਸਾਮ ਕਾ ਤੁਰਤਾ ਖੋਏ, ਜਗ ਕਰਤਾ ਨੇ ਸ਼ੋਮਤਾ ਛੱਡਣੀ ਹੁੰਦੀ ਹੈ। ਕਰਵਾਰਨ ਕੇ ਕੀਨ ਸਰੋਏ, ਇੱਥੇ ਜਗ ਕਰਤਾਵਾ ਤੇ ਕਾਇਰਤਾ ਛੱਡ ਦਿੱਤੀ। ਦੁਸ਼ਟਾ ਮੇਖ ਬੋਦੀਨ ਅਹੂਤੀ, ਜੱਗ ਵਿੱਚ ਘਿਓ ਆਦਿ ਚਮਚਿਆਂ ਨਾਲ ਪਾਇਆ ਜਾਂਦਾ, ਇੱਥੇ ਤਲਵਾਰਾਂ ਦੇ ਚਮਚੇ ਹਨ। ਹੈ ਸ਼ਰਪੇ ਸ਼੍ਰੋਣਤ ਸਮੂਤੀ, ਦੁਸ਼ਟ ਮਨੁੱਖਾਂ ਦਾ ਮਾਸ ਹੀ ਹੁੰਦੀ ਹੈ ਤੇ ਘਿਓ ਦੀ ਥਾਂ ਜੱਗ ਵਿੱਚ ਲਹੂ ਪਾਇਆ ਜਾਂਦਾ ਹੈ। ਅਸ ਬੇਦੀ ਵਾਸੀ ਤਲਵੰਡੀ, ਅਸ ਬੇਦੀ ਵਾਸੀ ਤਲਵੰਡੀ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਐਸੇ ਬੇਦੀ ਖਾਨਦਾਨ ਤਲਵੰਡੀ ਦੇ ਵਿੱਚ ਹਨ ਜਿਨ ਕੀ ਬੋ ਕੀਰਤ ਜਗ ਮੰਡੀ, ਜਿਨ੍ਹਾਂ ਦੀ ਸਾਰੇ ਜਗਤ ਵਿੱਚ ਕੀਰਤੀ
ਕਾਇਮ ਹੋ ਚੁੱਕੀ ਹੈ। ਚਿਰੰਕਾਲ ਤੇ ਰਹਿਤ ਬਤਾਈ। ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਉਸ ਨੂੰ ਉੱਥੇ ਰਹਿੰਦਿਆਂ ਨੂੰ ਬਹੁਤ ਸਮਾਂ ਹੋ ਗਿਆ। ਭਾਸ਼ਵ ਰਾਮਦਾਸ ਕੁਲ ਮਾਹੀ। ਕਹਿੰਦੇ ਸ਼ਿਵ ਰਾਮ, ਬਾਬੇ ਕਾਲੂ ਦੇ ਪਿਤਾ ਦਾ ਨਾਮ ਸ਼ਿਵ ਰਾਮ ਹੈ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਇੱਥੇ ਗੁਰੂ ਨਾਨਕ ਸਾਹਿਬ ਜੀ ਦੇ ਦਾਦੇ ਦਾ ਨਾਮ ਹੀ ਆਏਗਾ, ਦਾਦੀ ਦਾ ਨਾਮ ਹੀ ਆਏਗਾ। ਜੇ ਸਾਡੇ ਕੋਲ ਭਾਈ ਸੰਤੋਖ ਸਿੰਘ ਦਾ ਇਤਿਹਾਸ ਨਾ ਹੋਵੇ, ਇਹ ਕਿੱਥੋਂ ਪਤਾ ਲੱਗੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਦਾਦਾ ਜੀ ਕੌਣ ਸਨ, ਦਾਦੀ ਜੀ ਕੌਣ ਸਨ। ਤਾਂ ਭਾਈ ਸੰਤੋਖ ਸਿੰਘ ਜੀ ਨੇ ਸਾਡੇ ਤੇ ਮਹਾਨ ਪਰਉਪਕਾਰ ਕੀਤਾ। ਗਿੱਠਾ ਮਿਣ ਮਿਣ ਕੇ ਸਾਰੀ ਜ਼ਿੰਦਗੀ ਇਤਿਹਾਸ ਗੁਰੂ ਸਾਹਿਬ ਜੀ ਦਾ ਲਿਖ ਕੇ ਸਾਡੇ ਗਰੀਬ ਨਵਾਜ ਸਤਿਗੁਰਾਂ ਦੀ ਕਿਰਪਾ ਸਦਕਾ ਸਾਡੇ ਤੇ ਪਰਉਪਕਾਰ ਕੀਤਾ ਹੈ। ਕਹਿੰਦੇ ਇਸ ਨਗਰ ਦੇ ਵਿੱਚ ਬੇਦੀ ਖਾਨਦਾਨ ਨੂੰ ਰਹਿੰਦਿਆਂ ਬਹੁਤ ਲੰਮਾ ਸਮਾਂ ਹੋ ਗਿਆ ਤੇ ਇਸ ਬੇਦੀ ਖਾਨਦਾਨ ਦੇ ਵਿੱਚ ਸ਼ਿਵ ਰਾਮ ਬਾਬੇ ਕਾਲੂ ਦੇ ਪਿਤਾ ਜੀ ਉਸ ਕੁਲ ਵਿੱਚ ਪੈਦਾ ਹੋਏ ਹਨ। ਰਿਤ ਸਾਤ ਕੇ ਜਨ ਮਨ ਕੀਨੇ। ਸ਼ਿਵ ਰਾਮ ਜੀ ਜਿਨ੍ਹਾਂ ਦੀ ਬਿਰਤੀ ਬੜੀ ਸ਼ਾਂਤ ਤੇ ਸੂਖਮ ਹੈ। ਰਾਜ ਤਮ ਕੀ ਤਜ ਦੇਨੇ। ਉਹਨਾਂ ਨੇ ਰਜੋ ਗੁਣੀ ਤਮੋ ਗੁਣੀ ਗੁਜ਼ਾਰਨ ਛੱਡ ਦਿੱਤੀ ਹੈ। ਹੋਏ ਅਹਿੰਸ ਅਜੁੱਧ ਕਰ ਸ਼ੋਰੇ। ਕਹਿੰਦੇ ਹਿੰਸਾ ਰਹਿਤ ਹੋ ਕੇ ਉਹਨਾਂ ਨੇ ਸ਼ਸਤਰ ਹੱਥੋਂ ਛੱਡ ਦਿੱਤੇ। ਸ੍ਰੀ ਪਦ ਕੇ ਪਦ ਪਦ ਮਨ ਹੋਰੇ। ਸ਼ਿਵ ਰਾਮ ਜੀ ਨੇ ਕੀ ਕੀਤਾ, ਮਾਇਆ ਦੇ ਮਾਲਕ ਵਾਹਿਗੁਰੂ ਦੇ ਚਰਨ ਕਮਲਾਂ ਨਾਲ ਸ਼ਰਨ ਲੈ ਲਈ। ਤੇ ਬਨਾਰਸੀ ਨਾਮ ਸੁਦੀਆ। ਉਹਨਾਂ ਦੀ ਪਤਨੀ ਗੁਰੂ ਨਾਨਕ ਸਾਹਿਬ ਜੀ ਦੀ ਦਾਦੀ ਦਾ ਨਾਮ ਕੀ ਹੈ? ਬਨਾਰਸੀ ਦੇਵੀ। ਸ਼ਿਵ ਰਾਮ ਜੀ ਦੀ ਇਸਤਰੀ ਦਾ ਨਾਮ ਹੈ ਬਨਾਰਸੀ ਦੇਵੀ। ਅਤ ਬ੍ਰਤ ਧਰਮ ਦਾ ਦਾਸ ਦਿੜ ਕੀਆ। ਜਿਸ ਨੇ ਪਤੀਵ੍ਰਤਾ ਧਰਮ ਨੂੰ ਪੱਕਾ ਤੇ ਦ੍ਰਿੜ ਕੀਤਾ ਹੋਇਆ ਹੈ। ਤਿਨ ਤੇ ਸੁਤ ਜੁਗ ਹੋਏ ਸੁਕਾਲੂ। ਯੁਗ ਦੇ ਅਰਥ ਨੇ ਦੋ, ਸੁਚਾਲੂ। ਤਿੰਨ ਤੇ ਸੁਤ ਜੁਗ ਭਏ ਸੁਚਾਲੂ। ਇਹਨਾਂ ਦੇ ਘਰ ਸ਼ਿਵ ਰਾਮ ਜੀ ਦੇ ਘਰ ਤੇ ਬਨਾਰਸੀ ਦੇਵੀ ਦੇ ਘਰ ਦੋ ਸਦਾਚਾਰੀ ਪੁੱਤਰਾਂ ਨੇ ਜਨਮ ਲਿਆ। ਹਾਂਜੀ। ਵੱਡ ਕਾਲੂ ਛੋਟੇ ਸੁਭ ਲਾਲੂ। ਵੱਡੇ ਦਾ ਨਾਮ ਕਾਲੂ ਰੱਖਿਆ। ਉਹਨਾਂ ਸਮਿਆਂ ਦੇ ਵਿੱਚ ਛੋਟੇ ਛੋਟੇ ਨਾਮ ਰੱਖ ਦਿੰਦੇ ਸਨ। ਛੋਟੇ ਪੁੱਤਰ ਦਾ ਨਾਮ ਲਾਲੂ ਰੱਖ ਦਿੱਤਾ। ਭਾਗੀ ਜੋ ਹੈ ਸ਼ੁਭ ਕਰਮੀ। ਬਾਬਾ ਕਾਲੂ ਜੀ ਸ਼ੁਭ ਕਰਮਾਂ ਵਾਲਾ ਵੱਡਾ ਭਾਗੀ ਹੈ। ਭਗਤ ਪ੍ਰਿਆਨ ਨਿਸ਼ਚਲ ਧਰਮੀ। ਉਹ ਭਗਤੀ ਨੂੰ ਧਾਰਨ ਵਾਲਾ ਤੇ ਆਪਣੇ ਧਰਮ ਵਿੱਚ ਨਿਸ਼ਚਲ ਹੈ। ਜਪ ਤਪ ਬ੍ਰਤ ਨੇਮ ਸੋ ਬੰਦਾਏ। ਸਾਰੇ ਜਪ ਤਪ ਉਹਨਾਂ ਸਮਿਆਂ ਦਾ ਜਿਹੜਾ ਕਰਮ ਸੀ ਬੇਦੀ ਕੁਲ ਦਾ, ਸਾਰੇ ਜਪ ਤਪ ਵਰਤ ਨੇਮ ਆਦਿਕ ਕਰਤ ਬਹੁਤ ਜਿਹੇ ਜਨਮ ਬਤਾਏ। ਉਹਨਾਂ ਨੇ ਨੇਮ ਆਦਿ ਕਈਆਂ ਜਨਮਾਂ ਵਿੱਚ ਕੀਤੇ। ਬਾਬਾ ਕਾਲੂ ਜੀ ਦੇ ਬਾਰੇ ਲਿਖਦੇ ਨੇ ਇੱਕ ਜਨਮ ਦਾ ਜ਼ਿਕਰ ਨਹੀਂ, ਕਈਆਂ ਜਨਮਾਂ ਵਿੱਚ ਉਹਨਾਂ ਨੇ ਜਪ ਤਪ ਵਰਤ ਨੇਮ ਕੀਤੇ। ਹਾਂਜੀ। ਸੋ ਪਈ ਅਨਕ ਜਨਮ ਕੀ ਇੱਛਾ ਜਸ਼ੂ। ਇਸ ਜਨਮ ਵਿੱਚ ਉਸ ਦੀ ਇੱਛਾ ਸੀ। ਵਿਸ਼ਨ ਹੋਏ ਸੁਤ ਗਿਆਨ ਨਿਵਾਸੂ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਿਤਾ ਕਾਲੂ ਜੀ ਦੀ, ਪਿਤਾ ਕਲਿਆਣ ਚੰਦ ਜੀ ਦੀ ਕਈ ਜਨਮਾਂ ਵਿੱਚ ਜਪ ਤਪ ਕੀਤੇ, ਭਗਤੀ ਕੀਤੀ। ਪਰ ਕਲਯੁਗ ਦੇ ਵਿੱਚ ਜਿਹੜਾ ਜਨਮ ਹੋਇਆ, ਉਹਨਾਂ ਦੇ ਜਨਮ ਦੀ, ਇਸ ਜਨਮ ਦੀ ਇੱਛਾ ਸੀ। ਕੀ ਇੱਛਾ ਸੀ? ਕਰਤ ਸੰਕਲਪ ਵਿਕਰਮਾ। ਵਿਸ਼ਨ ਹੋਏ ਸਤ ਗਿਆਨ ਨਿਵਾਸੂ। ਅਨਕ ਜਨਮ ਕੀ ਇੱਛਾ ਜਾਸੂ। ਵਿਸ਼ਨ ਹੋਏ ਸੁਤ ਗਿਆਨ ਨਿਵਾਸੂ। ਕਾਲੂ ਜੀ ਦੀ ਇੱਛਾ ਸੀ ਕਿ ਉਸ ਦੇ ਘਰ ਵਿੱਚ ਗਿਆਨ ਦਾ ਘਰ ਵਿਸ਼ਨੂੰ ਅਵਤਾਰ ਰੂਪੀ ਜਨਮ ਲਵੇ। ਭਾਵ ਕਿ ਵਿਸ਼ਨੂੰ ਅਵਤਾਰ ਆਵੇ ਉਹਦੇ ਘਰ ਵਿੱਚ। ਹਿਰਦੇ ਕਰਤ ਸੰਕਲਪ ਵਿਕਰਮਾ। ਆਪਣੇ ਹਿਰਦੇ ਵਿੱਚ ਉਸਨੇ ਸੰਕਲਪ ਧਾਰਿਆ ਹੋਇਆ ਸੀ। ਭਗਤ ਅਧੀਨ ਤੇ ਜੈ ਗੁਣ ਅਲਪਾ। ਅਤੇ ਥੋੜੇ ਗੁਣਾ ਤੇ ਹੀ ਉਹ ਭਗਤੀ ਅਧੀਨ ਪ੍ਰਸੰਨਤਾ ਰਹਿੰਦਾ ਸੀ। ਜੇ ਮੁਝ ਲਖੇ ਦੀਨ ਗੁਰ ਨਾਹੀ। ਬਾਬਾ ਕਾਲੂ ਜੀ ਆਪਣੇ ਤਪ ਸਮੇਂ ਅਰਦਾਸਾਂ ਕਰਦੇ ਹਨ। ਜੇ ਮੁਝ ਲਖੇ ਦੀਨ ਗੁਣ ਨਾਹੀ ਭਏ ਸੂਕਰੀ ਸਫਰੇ ਮਾਹੀ। ਹੇ ਵਾਹਿਗੁਰੂ, ਮੈਨੂੰ ਗਰੀਬ ਅਤੇ ਗੁਣਹੀਣ ਜਾਣਨ ਤਾਂ ਮੇਰੇ ਘਰ ਵਿੱਚ ਸੂਰ ਜਾਤੀ ਜਾਂ ਮੱਛੀ ਦੇ ਰੂਪ ਵਿੱਚ ਆ ਜਾਣ। ਇਹ ਮੱਛ ਕੱਛ ਦੇ ਰੂਪ ਵਿੱਚ ਪ੍ਰਮਾਤਮਾ ਅਵਤਾਰ, ਜਦੋਂ ਅਵਤਾਰਾਂ ਦਾ ਜ਼ਿਕਰ ਆਉਂਦਾ ਹੈ ਦਸਮ ਦੀ ਬਾਣੀ ਅੰਦਰ ਵੀ, ਤਾਂ ਅਵਤਾਰ ਜਦੋਂ ਆਉਂਦੇ ਨੇ ਮੱਛ ਕੱਛ ਦੇ ਰੂਪ ਵਿੱਚ, ਵਰਾਹ ਦੇ ਰੂਪ ਵਿੱਚ, ਕਿ ਸੱਚੇ ਪਾਤਸ਼ਾਹ ਜੇ ਤੂੰ ਮੈਨੂੰ ਗਰੀਬ ਨੂੰ ਗੁਣਹੀਣ ਜਾਣ ਲਵੇਂ, ਅਰਦਾਸ ਕਰਦੇ ਸਨ।
ਮੇਰੇ ਘਰ ਵਿੱਚ ਸੂਰ ਜਾਤੀ ਦਾ ਮੱਛੀ ਦੇ ਰੂਪ ਵਿੱਚ ਵੀ ਆ ਜਾਣ ਪ੍ਰਮਾਤਮਾ। ਕਮਠੀ ਆਦਿਕ ਬਿਮਤ ਕੋ ਜਾਤੇ, ਕਸ਼ੂਣੀ ਆਦ ਬੁੱਧ ਰਹਿਤ ਜਾਤਾਂ ਕੁਜਾਤਾਂ ਵਿੱਚ ਜਨਮ ਲਿਆ ਹੈ। ਤਿਨ ਕੇ ਜਨਮ ਲੀਨ ਜਗ ਖਿਆਤੇ, ਪ੍ਰਮਾਤਮਾ ਤੂੰ ਉਹਨਾਂ ਦੇ ਘਰਾਂ ਵਿੱਚ ਜਾ ਕੇ ਜਨਮ ਲਿਆ ਹੈ, ਸਾਰੇ ਜਗ ਜਾਣਦਾ ਹੈ। ਪ੍ਰੇਮ ਡੋਰ ਸੋ ਕਰੇ ਅਕਰਨੀ, ਪ੍ਰੇਮ ਦੀ ਡੋਰ ਨਾਲ ਨਾ ਕਰਨ ਵਾਲੀ ਵੀ ਕਰਦੇ ਹਨ। ਕੀਰਤ ਬਿਮਲ ਬੇਦ ਇਮ ਬਰਨੀ, ਜਿਵੇਂ ਅਦਿੱਤੀ ਤੇ ਉਸ ਦੇ ਪਤੀ, ਹਾਂਜੀ, ਅਦਿੱਤੀ ਕਸ਼ਪ ਕੇ ਜਿਮ ਧਾਮਾ, ਜਿਵੇਂ ਅਦਿੱਤੀ ਤੇ ਉਸ ਦੇ ਪਤੀ ਕਸ਼ਪ ਦੇ ਘਰ ਵਿੱਚ ਉਪਜਤ ਭਏ ਉਪਿੰਦਰ ਨਾਮਾ, ਉਪਿੰਦਰ ਨਾਮੀ 52 ਅਵਤਾਰ ਰੂਪ ਪ੍ਰਗਟ ਹੋਏ ਸਨ। ਆਸ ਆਸਾ ਤਰ ਅਸੁਰ ਬਿਨਾਸ਼ੀ, ਦੈਂਤਾਂ ਦਾ ਨਾਸ਼ ਕਰਨ ਵਾਲੇ ਭਗਵਾਨ ਦੀ ਨਿਰੰਤਰ ਰੂਪ ਵਿੱਚ ਉਪਾਸਨਾ ਹੁੰਦੀ ਰਹੀ ਹੈ। ਭਇਓ ਨਿਰੰਤਰ ਰੂਪ ਉਪਾਸੀ, ਅਸ ਆਸਾ ਤਰ ਅਸੁਰ ਬਿਨਾਸ਼ੀ, ਭਇਓ ਨਿਰੰਤਰ ਰੂਪ ਉਪਾਸੀ। ਦੈਂਤਾਂ ਨੂੰ ਨਾਸ਼ ਕਰਨ ਵਾਲੇ ਭਗਵਾਨ ਦੀ ਨਿਰੰਤਰ ਰੂਪ ਵਿੱਚ ਵਾਸਨਾ ਹੁੰਦੀ ਰਹੀ ਹੈ। ਕਾਲੂ ਨਾਮ ਜਨਮ ਜਬ ਧਾਰਾ, ਜਦ ਬਾਬਾ ਕਾਲੂ ਨੇ ਜਨਮ ਲਿਆ, ਪੂਰਨ ਆਸਾ ਕੀਨ ਮੁਰਾਦ, ਵਾਹਿਗੁਰੂ ਨੇ ਉਹਨਾਂ ਦੀ ਆਸ ਪੂਰੀ ਕੀਤੀ। ਸੋਤ ਕਾਲੂ ਪਿਖ ਪੇਤ ਸ਼ਿਵਰਾਮ, ਪਿਤਾ ਸ਼ਿਵਰਾਮ ਨੇ ਆਪਣੇ ਪੁੱਤਰ ਕਾਲੂ ਦਾ ਇੱਕ ਚੰਗੇ ਘਰ ਵਿੱਚ ਵਿਆਹ ਕਰ ਦਿੱਤਾ। ਆਣ ਗ੍ਰਹਿਣ ਕੀਏ ਕੀਰਤ ਧਾਮੋ, ਬਾਬੇ ਕਾਲੂ ਜੀ ਦੀ ਇਸਤਰੀ ਬੜੀ ਪਤੀਵਰਤਾ ਤੇ ਗੁਣਾਂ ਦਾ ਖਜ਼ਾਨਾ ਸੀ। ਪਾਣ ਗ੍ਰਹਿਣ ਕੇ ਕੀਰਤ ਧਾਮੂ, ਪਿਤਾ ਸ਼ਿਵਰਾਮ ਨੇ ਆਪਣੇ ਪੁੱਤਰ ਕਾਲੂ ਦਾ ਇੱਕ ਚੰਗੇ ਘਰ ਵਿੱਚ ਵਿਆਹ ਕਰ ਦਿੱਤਾ। ਤਿਆ ਪਤੀਵਰਤਾ ਗੁਣ ਨੇ ਦਸੋ। ਬਾਬੇ ਕਾਲੂ ਜੀ ਦੀ ਇਸਤਰੀ ਬੜੀ ਪਤੀਵਰਤਾ ਤੇ ਗੁਣਾਂ ਦਾ ਖਜ਼ਾਨਾ ਹੈ। ਐ ਸੁਸ਼ੀਲਤਾ ਕਹਿ ਸਕੁ ਕੋ, ਉਸ ਦੀ ਸੁਸ਼ੀਲਤਾ ਬਾਰੇ ਕੋਈ ਕਹਿ ਨਹੀਂ ਸਕਦਾ। ਕੀ ਕਹਿ ਸਕਦਾ, ਉਹ ਇੰਨੀ ਸੁਸ਼ੀਲ ਹੈ। ਵਾਦੀ ਪਾਏ ਕਾਲ ਬੋ ਕਾਲੂ, ਭਾਵ ਅਤ ਸੁਸ਼ੀਲ ਤੇ ਸੁਗੜ ਹੈ। ਸਵਾਦੀ ਸਾਧਵੀ ਸ੍ਰੇਸ਼ਟ ਇਸਤਰੀ, ਕਾਫੀ ਸਮਾਂ ਵਰਤ ਤਪ ਬਹੁਤ ਕੀਤੇ। ਮਾਤਾ ਤ੍ਰਿਪਤਾ ਜੀ ਬਾਰੇ ਜ਼ਿਕਰ ਚੱਲ ਰਿਹਾ ਹੈ। ਇਹ ਵਰਤ ਤਬ ਕਠਨ ਬਸਾਲੋ, ਬਹੁਤ ਕਠਨ ਤਪੱਸਿਆ ਕੀਤੀ ਮਾਤਾ ਤ੍ਰਿਪਤਾ ਜੀ ਨੇ ਵੀ, ਹਾਂਜੀ। ਚਰੰਕਾਲ ਇਹ ਦੰਪਤ ਬੀਤਾ, ਇਸ ਤਰ੍ਹਾਂ ਦੋਵਾਂ ਦੇ ਮਨ ਵਿੱਚ ਵਾਹਿਗੁਰੂ ਦੇ ਚਰਨ ਕਮਲਾਂ ਨਾਲ ਚਰੰਕਾਲ ਇਸ ਤਰ੍ਹਾਂ ਜਨਮ ਬਤੀਤ ਕੀਤਾ, ਗੁਜ਼ਰਿਆ। ਹਰ ਪਦ ਪੰਕਜ ਮਿਜਨ ਮਨ ਪ੍ਰੀਤਾ, ਦੋਵਾਂ ਦੇ ਮਨ ਵਿੱਚ ਵਾਹਿਗੁਰੂ ਦੇ ਚਰਨ ਕਮਲਾਂ ਨਾਲ ਬਹੁਤ ਪ੍ਰੀਤ ਹੈ। ਤਲਵੰਡੀ ਮੈਂ ਰਾਏ ਬਲਾਰੂ, ਤਲਵੰਡੀ ਨਗਰ ਵਿੱਚ ਰਾਏ ਬਲਾਰ ਹਾਕਮ ਰਹਿੰਦਾ ਹੈ, ਹਾਂਜੀ। ਸੋਦਰ ਸਮ ਕਾਲੂ ਸੰਗ ਪਿਆਰੂ, ਉਸ ਦਾ ਬਾਬਾ ਕਾਲੂ ਜੀ ਦੇ ਨਾਲ ਬਹੁਤ ਪਿਆਰ ਹੈ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਪਛਾਣਨ ਵਾਲੇ ਰਾਏ ਬੁਲਾਰ ਜੀ ਦਾ ਬਹੁਤ ਪਿਆਰ ਹੈ ਬਾਬਾ ਕਾਲੂ ਜੀ ਦੇ ਨਾਲ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ, ਹਾਂਜੀ। ਜਿਤੇ ਗ੍ਰਾਮ ਕੋ ਸੋ ਅਧਿਕਾਰੀ, ਉਸ ਨਗਰ ਦਾ ਉਹੀ ਅਧਿਕਾਰੀ ਹੈ। ਸਭ ਕੀ ਦਈ ਕਾਰ ਪਟਵਾਰੀ, ਬਾਬਾ ਕਾਲੂ ਜੀ ਨੂੰ ਉਸਨੇ ਪਟਵਾਰੀ ਦੀ ਕਾਰ ਤੇ ਲਾਇਆ ਹੋਇਆ ਹੈ। ਮਹਿਤਾ ਕਾਲੂ ਕਹਿੰਦੇ ਆ ਨਾ, ਵਾਸਤਵ ਦੇ ਵਿੱਚ ਮਹਿਤਾ ਪਟਵਾਰੀ ਨੂੰ ਕਹਿੰਦੇ ਨੇ। ਮਹਿਤਾ ਕੋਈ ਗੋਦ ਨਹੀਂ ਹੈ, ਮਹਿਤਾ ਪਟਵਾਰੀ ਨੂੰ ਕਹਿੰਦੇ ਨੇ। ਪਟਵਾਰੀ ਦੀ ਕਾਰ ਵਿੱਚ ਲਾਇਆ ਹੋਇਆ ਹੈ। ਅਸਬਦ ਬਿਲਸਤ ਅਨਕ ਇਸ ਬਿਲਾਸਾ, ਤਰ੍ਹਾਂ ਕਾਫੀ ਸਮਾਂ ਬਾਬਾ ਕਾਲੂ ਜੀ ਖੁਸ਼ੀ ਦੇ ਖੇੜੇ ਵਿੱਚ ਬਤੀਤ ਕਰਦੇ ਹਨ। ਦੰਪਤ ਔਰ ਧਰੀ ਸੁਤਿਆਸਾ, ਦੋਹਾਂ ਇਸਤਰੀ ਮਰਦ ਨੇ ਪੁੱਤਰ ਦੀ ਆਸ ਰੱਖੀ ਹੋਈ ਹੈ, ਮਹਿਤਾ ਕਾਲੂ ਜੀ ਨੇ ਤੇ ਮਾਤਾ ਤ੍ਰਿਪਤਾ ਜੀ ਨੇ। ਵਾਦੀ ਗਰਭ ਧਰਨ ਪੁਨ ਕੀਨਾ, ਸਾਧਵੀ ਗਰਭ ਧਰਨ ਪੁਨ ਕੀਨਾ, ਸਾਧਵੀ ਸ੍ਰੇਸ਼ਟ ਇਸਤਰੀ ਨੇ ਫਿਰ ਗਰਭ ਧਾਰਨ ਕੀਤਾ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ, ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਮਾਤ ਤ੍ਰਿਪਤਾ ਜੀ ਨੇ ਗਰਭ ਧਾਰਨ ਕੀਤਾ। ਜਨਮੀ ਤਨੀਆਂ ਸਮਤ ਪ੍ਰਭੀ, ਉਹਨਾਂ ਦੇ ਘਰ ਵਿੱਚ ਸ੍ਰੇਸ਼ਟ ਬੁੱਧੀ ਵਾਲੀ ਲੜਕੀ ਨੇ ਜਨਮ ਲਿਆ। ਕਿਵੇਂ? ਮਗਰ ਮੈਨਾ ਕੇ ਕਰਮਾਹੀ, ਉਹਨਾਂ ਦੇ ਘਰ ਇੱਕ ਐਸੀ ਕੰਨਿਆ ਨੇ ਜਨਮ ਲਿਆ, ਹਾਂਜੀ। ਪਾਰਵਤੀ ਜਨਮੀ ਜਿਵ ਆਹੀ, ਜਿਵੇਂ ਹਿਮਾਲਾ ਪਰਬਤ ਤੇ ਉਸ ਦੀ ਇਸਤਰੀ ਮੈਨਾ ਦੇ ਘਰ ਪਾਰਵਤੀ ਨੇ ਜਨਮ ਲਿਆ ਹੋਵੇ। ਭਈ ਸੁਸ਼ੀਲਾ ਸਭ ਗੁਣ ਖਾਨੀ, ਉਹ ਬੜੀ ਸੁਸ਼ੀਲ ਤੇ ਗੁਣਾਂ ਦੀ ਖਾਨ ਹੈ। ਮਨੁ ਭਗਤ ਤਾ ਦੇਹ ਸੁਹਾਨੀ, ਸੁੰਦਰ ਸਰੂਪ ਵਾਲੀ ਕੰਨਿਆ ਹਰ ਸਮੇਂ ਆਪਣੀ ਸੁਰਤ ਪ੍ਰਭੂ ਭਗਤੀ ਵਿੱਚ ਲਾਈ ਰੱਖਦੀ ਹੈ। ਧੰਨ ਬੇਬੇ ਨਾਨਕੀ। ਕਾਲ ਬਤੀਤ ਭਏ ਸਭ ਪਛਚਾਤਾ, ਇਸ ਤੋਂ ਬਾਅਦ ਕੋਈ ਸਮਾਂ ਬਤੀਤ ਹੋਰ ਹੋਇਆ। ਕਾਲੂ ਰਾਤ ਲਖ ਕਰ ਜਗਰਾਤਾ, ਜਗਤ ਦੇ ਦਾਤਾ ਨੇ ਕਾਲੂ ਦੀ ਅਤ ਪ੍ਰੀਤ ਵੇਖ ਕੇ ਹੋਵਾ ਪੁੱਤਰ ਤਾਸ ਮੈਂ ਜਾਈ, ਉਸ ਦੇ ਘਰ ਪ੍ਰਕਾਸ਼ ਲੈਣ ਦਾ ਸੰਕਲਪ ਬਣਾ ਲਿਆ। ਆਸ ਵਿਚਾਰ ਆਏ ਜਗਰਾਈ, ਭਾਵ ਏਕ ਓੰਕਾਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਉਹਦੇ ਘਰ ਵਿੱਚ ਪ੍ਰਕਾਸ਼ ਧਾਰਨ ਦਾ ਮਨ ਬਣਾ ਲਿਆ। ਮਹਿਤਾ ਕਾਲੂ ਜੀ ਦੇ ਹੋਵੋ ਪੁੱਤਰ ਤਾਸ ਮੈਂ ਜਾਈ,
ਕਾਲੂ ਰੀਤ ਲੱਖ ਕਰ ਜਗ ਦਾਤਾ, ਕਾਲ ਪਤੀਤ ਭਇਓ ਪਛਤਾਤਾ, ਕਾਲੂ ਰਤ ਲਖ ਕਰ ਜਗ ਦਾਤਾ, ਹੋਮੋ ਪੁੱਤਰ ਤਾਸ ਮੈਂ ਜਾਈ, ਅਸ ਵਿਚਾਰ ਆਏ ਜਗ ਰਾਈ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅਕਾਲ ਪੁਰਖ ਵਾਹਿਗੁਰੂ ਜੀ ਨੇ ਮਹਿਤਾ ਕਾਲੂ ਜੀ ਦੀ ਭਗਤੀ ਵੇਖ ਕੇ, ਮਾਤਾ ਤ੍ਰਿਪਤਾ ਜੀ ਦੀ ਭਗਤੀ ਵੇਖ ਕੇ ਘਰ ਵਿੱਚ ਪ੍ਰਕਾਸ਼ ਲੈਣ ਦਾ ਸੰਕਲਪ ਬਣਾ ਲਿਆ। ਪਾਵੇ ਕੰਕਾਰ ਧਾਰ ਨਿਜ ਰੂਪਾ, ਪ੍ਰਗਟੇ ਸਤਿਗੁਰੂ ਰੂਪ ਅਨੂਪਾ। ਪਾਪਾਂ ਦੇ ਹਨੇਰੇ ਨੂੰ ਦੂਰ ਕਰਨ ਵਾਸਤੇ ਪ੍ਰਭੂ ਨੇ ਆਪ ਜਗਤ ਵਿੱਚ ਆਉਣ ਬਾਰੇ ਸੋਚਿਆ। ਜਗਤ ਦੇ ਰਾਜੇ ਨੇ ਇਸ ਤਰ੍ਹਾਂ ਵਿਚਾਰ ਬਣਾਇਆ ਕਿ ਮੈਂ ਤਿਸ ਦਾ ਬਾਬਾ ਕਾਲੂ ਦਾ ਪੁੱਤਰ ਹੋਵਾਂ। ਵਾਹਿਗੁਰੂ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਹੁਣ ਦੂਸਰੀ ਵਾਰ ਧੰਨ ਮਾਤਾ ਤ੍ਰਿਪਤਾ ਜੀ ਗਰਭ ਧਾਰਨਗੇ। ਦੁਤਿਆ ਗਰਭ ਕੋ ਧਾਰਨ ਕੀਨਾ, ਉਸ ਪਤੀਵਰਤ ਅਤੇ ਸ੍ਰੇਸ਼ਟ ਇਸਤਰੀ ਨੇ ਧੰਨ ਜਗਤ ਮਾਤ ਤ੍ਰਿਪਤਾ ਜੀ ਨੇ ਦੂਸਰੀ ਵਾਰ ਗਰਭ ਧਾਰਨ ਕੀਤਾ। ਪਤ ਬ੍ਰਤ ਧਰਮ ਜਾਸ ਮਨ ਲੀਨਾ, ਕਹਿੰਦੇ ਪਤ ਬ੍ਰਤ ਧਰਮ ਜਾਸ ਮੰਨ ਲੈਣਾ। ਪਤੀਵਰਤਾ ਇਸਤਰੀ ਨੇ ਸ੍ਰੇਸ਼ਟ ਜਸ ਖੱਟਿਆ ਪ੍ਰਮਾਤਮਾ ਦੇ ਦਰ ਘਰ ਤੋਂ। ਜਿਉ ਦੁਤੀਆ ਕੋ ਬਿਰਦਤ ਚੰਦੂ, ਜਿਉ ਮਾਤਾ ਤ੍ਰਿਪਤਾ ਜੀ ਗਰਭਵਤੀ ਹੋਏ, ਜਿਵੇਂ ਦੂਜ ਦਾ ਚੰਦਰਮਾ ਵੱਧਦਾ ਹੈ ਨਾ, ਐਸਮ ਗਰਭ ਰੂਪ ਸੁਖ ਕੰਦੂ, ਇਸ ਤਰ੍ਹਾਂ ਗਰਭ ਰੂਪੀ ਸੁੱਖਾਂ ਦਾ ਕਮਲ ਵੱਧਦਾ ਗਿਆ। ਜਤਬ ਭੂਖਣ ਸਗਲ ਉਤਾਰੇ, ਭਾਵੇਂ ਮਾਤਾ ਤ੍ਰਿਪਤਾ ਜੀ ਨੇ ਸਾਰੇ ਗਹਿਣੇ ਉਤਾਰੇ ਹੋਏ ਹੁੰਦੇ ਸਨ। ਤਪ ਸੁੰਦਰਤਾ ਅਦ ਕੋ ਜਾਰੇ। ਪਿਆਰ ਨਾਲ ਸਾਰੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ 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 ਵਾਹਿਗੁਰੂ। ਨਿਰੰਕਾਰ ਪਿਤਾ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਜਦੋਂ ਧੰਨ ਮਾਤ ਤ੍ਰਿਪਤਾ ਜੀ ਦੇ ਗਰਭ ਵਿੱਚ ਪ੍ਰਵੇਸ਼ ਹੋਇਆ ਨਾ, ਤੇ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਜੀ ਨੂੰ ਕਹਿੰਦੇ ਸੱਚੇ ਪਾਤਸ਼ਾਹ, ਮਾਤਾ ਜੀ ਨੇ ਭਾਵੇਂ ਸਾਰੇ ਗਹਿਣੇ ਉਤਾਰੇ ਹੁੰਦੇ ਸਨ, ਫਿਰ ਵੀ ਸੁੰਦਰਤਾ ਬਹੁਤ ਪ੍ਰਕਾਸ਼ਮਈ ਹੁੰਦੀ ਸੀ ਮਾਤਾ ਤ੍ਰਿਪਤਾ ਜੀ ਦੀ। ਹਾਂਜੀ। ਕਾਲੂ ਦੀਏ ਬੈਸੇ ਜਿਸ ਅੰਦਰ, ਤੀਆ ਦੇ ਅਰਥ ਨੇ ਇਸਤਰੀ। ਮਹਿਤਾ ਕਾਲੂ ਜੀ ਜਦ ਅੰਦਰ ਬੈਠਦਾ ਹੈ ਅਤ ਸ਼ੋਭਾ ਸੋ ਲਗੇ ਸੋ ਸੁੰਦਰ, ਤਾਂ ਉਸ ਦੀ ਸ਼ੋਭਾ ਅਤ ਸੁੰਦਰ ਲੱਗਦੀ ਹੈ। ਸੁਨ ਸੰਦੇਹ ਕਰੇ ਜਿਨ ਕੋ, ਮਤਾ ਕੋਈ ਸੁਣ ਕੇ ਸੰਦੇਹ ਕਰੇ। ਸੁਨ ਸੰਦੇਹ ਕਰੇ ਜਿਨ ਕੋ, ਕੋਟ ਬ੍ਰਾਹਮਣ ਸ਼ੋਭਦਾ ਜੋ। ਉਸ ਦੀ ਸ਼ੋਭਾ ਨਾਲ ਕਰੋੜਾਂ ਬ੍ਰਹਿਮੰਡਾਂ ਸ਼ੋਭ ਪਾ ਰਹੇ ਹਨ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਸ ਦੀ ਸ਼ੋਭਾ ਨਾਲ ਕਰੋੜਾਂ ਬ੍ਰਹਿਮੰਡ ਸ਼ੋਭਾ ਪਾਉਂਦੇ ਹਨ। ਮਤਾ ਕੋਈ ਸੰਦੇਹ ਕਰੇ। ਇਹ ਨਿਵਾਸ ਕੀ ਨੋ ਜੇ ਥਾਈ, ਜਿਸ ਥਾਂ ਤੇ ਉਸ ਨਿਵਾਸ ਕੀਤਾ ਹੈ, ਕਿਉ ਨਾ ਹੋਏ ਤੇ ਸ਼ੋਭ ਸਵਾਈ। ਜਿਸ ਥਾਂ ਤੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਨਿਵਾਸ ਕੀਤਾ ਹੈ, ਉਸ ਦੀ ਸ਼ੋਭਾ ਅਧਿਕ ਕਿਉਂ ਨਾ ਹੋਵੇ। ਸੋ ਇਸ ਤਰ੍ਹਾਂ ਕਰਕੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਿਰਪਾ ਕਰਨ। ਇੱਥੋਂ ਤੱਕ ਇਤਿਹਾਸ ਵਾਚਦੇ ਆਂ, ਅਮਰ ਕਥਾ ਸੁਣਾਉਂਦੇ ਆਂ, ਬੇਅੰਤ ਭੁੱਲਾਂ ਹੋਈਆਂ। ਗੁਰੂ ਸਾਹਿਬ ਜੀ ਦੇ ਦਰ ਦਾ ਅਦਨਾ ਜਿਹਾ ਸੇਵਕ ਜਾਣ ਕੇ ਬਖਸ਼ ਲੈਣਾ ਜੀ। ਅਗਲਾ ਪ੍ਰਸੰਗ ਅਗਲੇ ਸਮੇਂ ਅੰਦਰ ਸਰਵਣ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।